राम राम जी। ਅਸੀਂ स्वामी सत्यानंद जी महाराज द्वारा रचित भगती प्रकाश ग्रंथ ਦੇ ਵਿੱਚੋਂ नाम की महिमा ਦੇ प्रसंग ਦੇ ਉੱਪਰ चर्चा कर रहे हाँ। इस ਦੇ ਵਿੱਚ जो इस ਤੋਂ ਪਹਿਲਾਂ ਜਿਹਨੂੰ ਅਸੀਂ ਭਾਗ ਦੂਸਰਾ ਕਿਹਾ ਹੈ, ਉਸ ਦੇ ਵਿੱਚ ਨਾਮ ਦੇ ਸਿਮਰਨ ਦੇ ਨਾਲ ਸਾਡੇ ਅੰਦਰ ਸਮਾਧੀਆਂ ਦੀ ਅਵਸਥਾ ਵੀ ਬਣਦੀ ਹੈ। ਯਾਨੀ ਕਿ ਯੋਗ ਦੇ ਜੋ ਅੰਗ ਹਨ, ਪੰਜਵਾਂ, ਛੇਵਾਂ, ਸੱਤਵਾਂ, ਪ੍ਰਤਿਹਾਰ, ਧਾਰਨਾ, ਧਿਆਨ ਔਰ ਸਮਾਧੀ, ਇਹਨਾਂ ਦਾ ਜ਼ਿਕਰ ਉਸ ਦੇ ਵਿੱਚ ਆਇਆ। ਔਰ ਨਾਲ ਉਸ ਦੇ ਵਿੱਚ ਇਹ ਜ਼ਿਕਰ ਆਇਆ ਸੀ ਕਿ ਨਾਮ ਜਪਦਿਆਂ ਹੋਇਆਂ ਸਾਡੇ ਅੰਦਰ ਜੋ ਹੈ ਉਹ ਅਨਾਹਤ ਨਾਦ ਦੀ ਜੋ ਹੈ ਉਹ ਆਵਾਜ਼ ਸੁਣਾਈ ਦੇਣੀ ਸ਼ੁਰੂ ਹੋ ਜਾਂਦੀ ਹੈ। ਲੇਕਿਨ ਜੋ ਸਾਡੇ ਮਨ ਦੇ ਵਿੱਚ ਵਿਚਾਰ ਤਰੰਗ ਉੱਠਦੀ ਰਹਿੰਦੀ ਹੈ, ਉਸ ਦੇ ਬਾਰੇ ਸਵਾਮੀ ਜੀ ਮਹਾਰਾਜ ਇਹ ਲਿਖਦੇ ਹਨ। ਚੰਚਲ ਤਰਲ तरंग सह माया सिंधु आगात, नाम नाव में रूढ़ हो पावे पार आबाद। साडे अंदर जिन्हों असी विचार भी कहने आ, चंचलता भी कहने आ, माया भी कहने आ। माया और मन मिल के जो साडे अंदर एक विचारां दी लहर पैदा करते रहते हैं, तरंगां साडे अंदर उठदियां रहंदियां हन। इतनियां बरीक तरल ते चंचल वो तरंगां हुंदियां हन कि जिहड़ियां सानूं अपने आप दे विच ही डुबोए रखदियां हन, गर्क करी रखदे हन। और स्वामी जी महाराज कहते हैं कि उन्हां सारियां माया दीयां तरंगां दे समुंदर जिहदा कोई पार नहीं है, उस नूं पार करने वास्ते नाम की बेड़ी दे विच सवार हो के उस नूं बिना रुकावट तो पार किया जा सकता है। नाम नाम में रूढ़ हो पावे पार आबाद। बिना रुकावट तो उस माया के लहर तरंग दे विचों नाम सिमरन दे नाल निकलिया जा सकता है। नस नस में होवे बसा पाप कर्म का रोग, नाम सुरस को पान कर पावै पत निरोग। साडे नाड़ी नाड़ी दे विच भी माया दे नाल पापां दा कर्म, पाप करन दी वृत्ति एक रोग बन के समा गई होवे। साडी नस नस दे विच पाप दी प्रवृत्ति बन गई होवे ते नाम दा मिठा रस पी के उस पापमय रोग तो छुटकारा मिलता है। इस नूं मैं आप जी दे नाल जो 4 लावां गुरु ग्रंथ साहिब जी दियां वर्णन कर चुका हाँ। उस दे विच ये आया सी कि जिस वक्त इस जीव दे अंदर कुछ चंगा करन की इच्छा जागृत होंदी है, पैदा होंदी है, तो उसते यह रूहानियत की यात्रा दे शुरू करन दे लक्षण मन्ने गए हैं। तो उस दे विच ये है कि वो बंदा धर्मी हुंदा है तो उन्होंने पापों तो छुटकारा मिलता है। उसके पाप जिहड़े हन वो सारे जिहड़े हन उन्हां दा नाश हुंदा है। इसे ही गल नूं स्वामी जी महाराज अगले दोहे दे विच स्पष्ट करते हैं। शांत भाव से सिमरिए यदि नाम एक बेर, घास पात सब पाप के बने भस्म के ढेर। शांत भाव, शांत भाव तो मतलब यह है कि साडा मन ते मस्तक इस दे विच कोई भी विचार तरंग ना उठती होवे, कोई भी
ਇਸ ਦੇ ਅੰਦਰ ਕੋਈ ਖਿਆਲ ਨਾ ਆਉਂਦਾ ਹੋਵੇ, ਉਸ ਅਵਸਥਾ ਦੇ ਵਿੱਚ ਬੈਠਿਆ ਹੋਇਆ ਸਾਧਕ ਨਾਦ ਦੇ ਵਿੱਚ ਲੀਨ ਹੋਇਆ ਯਦਿ ਉਸ ਪਰਮਾਤਮਾ ਦੇ ਨਾਮ ਨੂੰ ਇੱਕ ਵਾਰੀ ਵੀ ਜਪਦਾ ਹੈ ਨਾ, ਤਾਂ ਉਸ ਦੇ ਜਿੰਨੇ ਵੀ ਪਾਪ ਹਨ ਉਹ ਸਾਰੇ ਜੋ ਸਵਾਹ ਦੀ ਢੇਰੀ ਬਣ ਜਾਂਦੇ ਹਨ। ਇਸ ਗੱਲ ਨੂੰ ਸਮਝਣ ਵਾਸਤੇ ਇੱਕ ਛੋਟੀ ਜਿਹੀ ਕਥਾ ਮੈਂ ਆਪ ਜੀ ਦੇ ਨਾਲ ਸਾਂਝੀ ਕਰਨੀ ਚਾਹੂੰਗਾ ਕਿ ਕਹਿੰਦੇ ਹਨ ਕਿ ਕਬੀਰ ਸਾਹਿਬ ਘਰ ਤੋਂ ਬਾਹਰ ਕਿਤੇ ਕੰਮ ਗਏ ਹੋਏ ਸੀ, ਤਾਂ ਪਿੱਛੋਂ ਘਰ ਦੇ ਵਿੱਚ ਇੱਕ ਰੋਗੀ ਆਇਆ, ਤਾਂ ਉਸਨੇ ਮਾਈ ਲੋਈ ਨੂੰ ਕਿਹਾ ਕਿ ਮੈਂ ਰੋਗੀ ਹਾਂ ਅਤੇ ਸੁਣਿਆ ਹੈ ਕਬੀਰ ਸਾਹਿਬ ਆਰਾਮ ਦਾ ਜਾਪ ਕਰਕੇ ਅਤੇ ਅਰਦਾਸ ਕਰਦੇ ਹਨ ਜਾਂ ਹੱਥ ਲਾਉਂਦੇ ਹਨ ਤਾਂ ਜਾਂ ਆਸ਼ੀਰਵਾਦ ਦਿੰਦੇ ਹਨ ਤਾਂ ਉਹ ਰੋਗ ਦੂਰ ਹੋ ਜਾਂਦਾ ਹੈ। ਅਤੇ ਤੁਸੀਂ ਉਹਨਾਂ ਦੀ ਧਰਮ ਪਤਨੀ ਹੋ, ਕਬੀਰ ਸਾਹਿਬ ਘਰ ਦੇ ਵਿੱਚ ਨਹੀਂ ਹਨ, ਤਾਂ ਤੁਸੀਂ ਇਹ ਕਰ ਦਿਓ। ਤਾਂ ਕਹਿੰਦੇ ਹਨ ਕਿ ਉਹਨਾਂ ਨੇ 3 ਵਾਰੀ ਰਾਮ 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 ਕਹਿ ਕੇ ਉਸਨੂੰ ਆਸ਼ੀਰਵਾਦ ਦਿੱਤਾ ਤਾਂ ਉਸਦਾ ਰੋਗ ਦੂਰ ਹੋ ਗਿਆ। ਕਬੀਰ ਸਾਹਿਬ ਜਦੋਂ ਘਰ ਆਏ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਰਸਤੇ ਦੇ ਵਿੱਚ ਇੱਕ ਬੰਦਾ ਧੰਨ ਕਬੀਰ ਕਹਿੰਦਾ ਹੋਇਆ ਮਿਲਿਆ, ਤਾਂ ਉਸਨੇ ਰੁਕ ਕੇ ਪੁੱਛਿਆ ਕਬੀਰ ਨੇ ਕਿ ਭਾਈ ਤੂੰ ਕਬੀਰ ਨੂੰ ਮਿਲਿਆ? ਕਹਿੰਦਾ ਜੀ ਨਹੀਂ, ਮੈਂ ਉਹਨਾਂ ਦੇ ਘਰ ਗਿਆ ਸੀ ਅਤੇ ਉਹਨਾਂ ਦੀ ਘਰਵਾਲੀ ਨੇ 3 ਵਾਰੀ ਰਾਮ ਰਾਮ ਕਹਿ ਕੇ ਅਤੇ ਮੇਰਾ ਰੋਗ ਦੂਰ ਕਰਤਾ। ਕਬੀਰ ਸਾਹਿਬ ਘਰ ਆਏ ਤਾਂ ਮੂੰਹ ਫੇਰ ਕੇ ਬੈਠ ਗਏ। ਘਰਵਾਲੀ ਨੇ ਪੁੱਛਿਆ ਵੀ ਕੀ ਹੋਇਆ? ਮੈਂ ਤਾਂ ਅੱਜ ਇੱਕ ਰੋਗੀ ਨੂੰ ਠੀਕ ਕੀਤਾ। ਤਾਂ ਉਹ ਕਹਿੰਦੇ ਵੀ ਤੂੰ ਕਿਵੇਂ ਠੀਕ ਕੀਤਾ? ਉਹ ਕਹਿੰਦੀ ਮੈਂ 3 ਵਾਰੀ ਰਾਮ 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 ਕਹਿ ਕੇ। ਉਹ ਕਹਿੰਦੇ ਵੀ ਤੂੰ ਰਾਮ ਨੂੰ ਇੰਨਾ ਸਸਤਾ ਕਰਤਾ ਉਸ ਪਰਮਾਤਮਾ ਦੇ ਨਾਮ ਨੂੰ, ਵੀ ਜਿਹੜਾ ਕੰਮ ਇੱਕ ਵਾਰੀ ਜਪਿਆ ਹੋ ਸਕਦਾ ਸੀ ਤੂੰ ਉਹਨੂੰ 3 ਵਾਰ ਜਪਿਆ। ਸੋ ਉਹ ਜੋ ਅਵਸਥਾ ਹੈ ਉਹ ਇਕਾਗਰਤਾ ਦੀ ਅਵਸਥਾ ਹੈ। ਉਸ ਇਕਾਗਰ ਦੀ ਅਵਸਥਾ ਦੇ ਵਿੱਚ ਪਹੁੰਚ ਕੇ ਜਿਹੜੀ ਇੱਕ ਵਾਰੀ ਵੀ ਉਸ ਪਰਮੇਸ਼ਰ ਦਾ ਨਾਮ ਲਿਆ ਜਾਂਦਾ ਜਾਂ ਜਪਿਆ ਜਾਂਦਾ ਹੈ, ਤਾਂ ਇੱਥੇ ਮੈਂ ਇੱਕ ਆਪ ਜੀ ਦੇ ਨਾਲ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਗੁਰੂ ਅਰਜਨ ਦੇਵ ਮਹਾਰਾਜ 5ਵੀਂ ਪਾਤਸ਼ਾਹੀ ਨੇ ਜਿਸ ਵਕਤ ਸੁਖਮਨੀ ਸਾਹਿਬ ਦੀ ਲਿਖਤ ਕੀਤੀ ਤਾਂ ਉਸ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਉਹਨਾਂ ਨੇ ਇਹ ਵਰਣਨ ਕੀਤਾ ਹੈ ਕਿ ਵੇਦ ਪੁਰਾਣ ਸਿਮਰਤ ਸੁਦਾਖਰ ਕੀਨੇ ਰਾਮ ਨਾਮ ਇੱਕ ਆਖਰ। 4 ਵੇਦ 18 ਪੁਰਾਣ 27 ਸਿਮਰਤੀਆਂ 6 ਸ਼ਾਸਤਰ ਇਹਨਾਂ ਦੇ ਜੋ ਰਚਤਾ ਹੋਏ ਹਨ, ਉਹਨਾਂ ਨੇ ਉਸ ਪਰਮਾਤਮਾ ਨੂੰ ਰਾਮ ਕਹਿ ਕੇ ਪੁਕਾਰਿਆ ਹੈ। ਕੀਨੇ ਰਾਮ ਨਾਮ ਇੱਕ ਅੱਖਰ ਦਿੱਤਾ ਹੈ ਲੋਕਾਂ ਨੂੰ ਸਿਮਰਨ ਕਰਨ ਵਾਸਤੇ, ਜਪਣ ਵਾਸਤੇ, ਉਹ ਰਾਮ ਹੈ। ਔਰ ਉਸ ਦੇ ਅੱਗੇ ਜਾ ਕੇ ਇਸ ਨੂੰ ਬਿਲਕੁਲ ਹੀ ਸਪਸ਼ਟ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਹੈ ਕਿ ਕਿਨਕਾ ਏਕ ਜਿਸ ਜੀ ਵਸਾਵੇ ਤਾਕੀ ਮਹਿਮਾ ਗਣੀ ਨਾ ਜਾਵੇ, ਕਿ ਉਹ ਪਰਮੇਸ਼ਰ ਦੇ ਰਾਮ ਨਾਮ ਦਾ ਇੱਕ ਕਿਣਕਾ ਵੀ ਅਗਰ ਕਿਸੇ ਦੇ ਅੰਦਰ ਵਸ ਜਾਂਦਾ ਹੈ ਤਾਂ ਉਸ ਦੀ ਮਹਿਮਾ ਜੋ ਹੈ ਨਾ ਉਹ ਗਿਣੀ ਨਹੀਂ ਜਾ ਸਕਦੀ, ਗਣਨਾ ਨਹੀਂ ਹੋ ਸਕਦੀ। ਉਹ ਇੰਨੀ ਉੱਚੀ ਅਵਸਥਾ ਨੂੰ ਪ੍ਰਾਪਤ ਕਰ ਜਾਂਦਾ ਹੈ। ਇਸ ਉੱਚੀ ਅਵਸਥਾ ਨੂੰ ਪ੍ਰਾਪਤ ਕਰਨਾ ਜੋ ਹੈ ਉਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ, ਲੇਕਿਨ ਅਸੀਂ ਜਦੋਂ ਸੁਣਦੇ ਹਾਂ, ਵੇਖਦੇ ਹਾਂ ਤਾਂ ਇਹ ਮਨ ਨੂੰ ਤਸੱਲੀ ਹੁੰਦੀ ਹੈ ਕਿ ਇਸ ਅਵਸਥਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਗੇ ਜਾ ਕੇ ਸਵਾਮੀ ਜੀ ਮਹਾਰਾਜ ਇਸ ਗੱਲ ਨੂੰ ਹੋਰ ਸਪਸ਼ਟ ਕਰਦੇ ਹਨ। ਪੜੇ ਪਾਪ ਕੇ ਪੁੰਜ ਮੇਂ ਜੋ ਹੋ ਸੁਮੇਰੂ ਮਾਨ, ਏਕ ਚਿੰਗਾਰੀ ਨਾਮ ਕੀ ਕਰਦੇ ਰੱਖ ਸਮਾਨ। ਉੱਪਰ ਵੀ ਭਸਮ ਦਾ ਢੇਰ ਕਿਹਾ ਹੈ ਕਿ ਨਾਮ ਦੀ ਸਿਮਰਨ ਦੇ ਨਾਲ। ਇੱਥੇ ਜਾ ਕੇ ਸਵਾਮੀ ਜੀ ਮਹਾਰਾਜ ਨੇ ਇਹ ਗੱਲ ਕਹੀ ਹੈ ਕਿ ਅਗਰ ਬਹੁਤ ਜ਼ਿਆਦਾ ਵੀ ਪਾਪ ਹੋਣ, ਪਾਪਾਂ ਦਾ ਪੁੰਜ ਵੀ ਹੋਵੇ, ਪੁੰਜ ਕਹਿੰਦੇ ਹਨ ਗੁੱਛੇ ਨੂੰ, ਗੁੱਛੇ ਕਹਿੰਦੇ ਢੇਰ ਨੂੰ, ਅਗਰ ਪਾਪਾਂ ਦਾ ਇੰਨਾ ਵੱਡਾ ਢੇਰ ਹੋਵੇ ਕਿ ਜਿਹਨੂੰ ਅਸੀਂ ਇਹ ਸਮਝੀਏ ਵੀ ਇਹ ਪਹਾੜ ਦੇ ਸਮਾਨ ਹੈ। ਸੁਮੇਰ ਪਰਬਤ ਨੂੰ ਕਿਹਾ ਹੈ ਕਿ ਪਰਬਤ ਦੇ ਸਮਾਨ ਵੀ ਅਗਰ ਉਸ
ਜੀਵ ਦਾ ਪਾਪਾਂ ਦਾ ਢੇਰ ਹੈ ਨਾ, ਤਾਂ ਉਸ ਦੇ ਇੱਕ ਚਿੰਗਿਆਰੀ ਨਾਮ ਦੀ ਆ ਉਸ ਸਾਰੇ ਢੇਰ ਨੂੰ ਜੋ ਹੈ ਨਾ ਉਹ ਸਵਾਹ ਦੇ ਬਰਾਬਰ ਕਰ ਦਿੰਦੀ ਹੈ। ਇੱਥੇ ਫਿਰ ਉਹੀ ਗੱਲ ਆਈ ਹੈ, ਇੱਕ ਚਿੰਗਿਆਰੀ ਨਾਮ ਕੀ, ਮਨ ਔਰ ਮਸਤਕ ਦਾ ਸ਼ਾਂਤ ਹੋਣਾ, ਔਰ ਉਸ ਵੇਲੇ ਦਾ ਜਪਿਆ ਹੋਇਆ ਜੋ ਨਾਮ ਹੈ ਉਹ ਪਾਪਾਂ ਨੂੰ ਖਤਮ ਕਰਕੇ ਉਸ ਢੇਰ ਸਮਾਨ ਜੋ ਪਾਪਾਂ ਦਾ ਸੀ ਨਾ ਉਹਨੂੰ ਉਹ ਰਾਖ ਦੇ ਵਿੱਚ ਬਦਲ ਦਿੰਦੀ ਹੈ। ਹੋਵੇ ਅਵਿਦਿਆ ਘੋਰਤਰ ਅੰਧਕਾਰ ਫੈਲਾਏ, सूर्य जो से ज्यों निशा नाम से त्यों नसारे। अविद्या यानी कि अज्ञानता, जिन्होंने असीं ज्ञान कहने आ, जानकारी कहने आ, और अज्ञान विद्या कुछ भी नहीं जानता, बिल्कुल कोरा निरक्षर है, कुछ नहीं पढ़न जानता, कुछ नहीं लिखण जानता, कुछ ਉਹਦੇ अंदर ज्ञान नहीं है। ਇੰਨਾ ਅੰਧਕਾਰ, ਇੰਨਾ ਹਨੇਰਾ ਜਿਹੜਾ ਨਾ ਉਹਦੇ ਚਾਰ ਸਵੇਰੇ ਉਹਦੇ ਅੰਦਰ ਫੈਲਿਆ ਹੋਇਆ ਹੈ। ਜਿਵੇਂ ਸੂਰਜ ਚੜ੍ਹਨ ਦੇ ਨਾਲ ਅੰਧੇਰਾ ਜਿਹੜਾ ਨਾ ਉਹ ਖਤਮ ਹੋ ਜਾਂਦਾ ਹੈ, ਛੱਡ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਇਸੇ ਤਰ੍ਹਾਂ ਜੋ ਪਰਮਾਤਮਾ ਦਾ ਨਾਮ ਹੈ ਉਹ ਸੂਰਜ ਦੇ ਚੜ੍ਹਨ ਦੀ ਤਰ੍ਹਾਂ ਆ ਸਾਡੇ ਜੀਵਨਾਂ ਦੇ ਅੰਦਰੋਂ ਜੋ ਅਗਿਆਨਤਾ ਦਾ ਹਨੇਰਾ ਹੈ ਉਹਨੂੰ ਉਹ ਦੂਰ ਕਰ ਦਿੰਦਾ ਹੈ, ਭਜਾ ਦਿੰਦਾ ਹੈ। ਅੰਤਕਾਲ ਜੋ ਜਨ ਜਪੇ, ਜਨਮ ਜੀਤ ਵਹ ਜਾਏ, ਵੇਦਾ ਗਮ ਕਾ ਮਰਮ ਹੈ, ਸਮਝੋ ਨਿਸ਼ਚੈ ਲਾਏ। ਇੱਥੇ ਇਹ ਭਰੋਸੇ ਵਾਲੀ ਗੱਲ ਆਈ ਹੈ ਕਿ ਅੰਤ ਸਮੇਂ ਦੇ ਵਿੱਚ ਵੀ ਅਗਰ ਕੋਈ ਜੀਵ ਉਸ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ, ਉਹ ਸਾਰੇ ਜਨਮ ਦੇ ਕੀਤੇ ਹੋਏ ਚੰਗੇ ਵੀ ਔਰ ਮਾੜੇ ਕਰਮਾਂ ਨੂੰ ਉਹ ਜਿੱਤ ਜਾਂਦਾ ਹੈ, ਉਹ ਜਨਮ ਨੂੰ ਜਿੱਤ ਜਾਂਦਾ ਹੈ। ਇਹ ਗੱਲ ਵੇਦਾਂ ਦਾ ਸਾਰ ਹੈ। ਵੇਦਾਂ ਨੇ ਇਸ ਗੱਲ ਨੂੰ ਸਪਸ਼ਟ ਕੀਤਾ ਹੈ। ਇਸ ਗੱਲ 'ਤੇ ਭਰੋਸਾ ਰੱਖੋ ਕਿ ਅੰਤ ਸਮੇਂ ਦੇ ਵਿੱਚ ਵੀ ਅਗਰ ਮੂੰਹੋਂ ਪਰਮੇਸ਼ਵਰ ਦਾ ਨਾਮ ਇਸ ਜੀਵ ਦੇ ਅੰਦਰ ਸਮਾ ਗਿਆ ਜਾਂ ਅੰਦਰ ਵਸ ਗਿਆ ਜਾਂ ਉਹਦੇ ਅੰਦਰੋਂ ਉਹ ਜਪਿਆ ਗਿਆ, ਤਾਂ ਉਹ ਜੋ ਹੈ ਉਹ ਜਨਮਾਂ ਨੂੰ ਜਿੱਤ ਜਾਂਦਾ ਹੈ। ਇਹ ਪ੍ਰਸੰਗ ਇਸੇ ਤਰ੍ਹਾਂ ਚੱਲਦੇ ਰਹਿਣਗੇ। ਆਪ ਜੀ ਦੇ ਨਾਲ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿ ਮੇਰਾ YouTube ਦੇ ਉੱਪਰ ਭਾਗ ਸਿੰਘ ਸ਼ਾਹ ਮਲੋਟ ਦੇ ਨਾਂ 'ਤੇ ਅਕਾਊਂਟ ਹੈ। ਉਸ ਦੇ ਵਿੱਚ ਅਲੱਗ-ਅਲੱਗ ਪਲੇਲਿਸਟ ਦੇ ਵਿੱਚ ਤੁਹਾਨੂੰ ਤੁਹਾਡੇ ਮਤਲਬ ਦੀ ਜੋ ਹੈ ਮੇਰੀ ਆਡੀਓ ਜਾਂ ਵੀਡੀਓ ਮਿਲ ਜਾਏਗੀ, ਔਰ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ, ਸੁਣੋ, ਔਰ ਆਪਣੇ ਜੋ ਸ਼ਹਿਰਾਂ ਦੇ ਜੋ ਤੁਹਾਡੇ ਗਰੁੱਪ ਹਨ ਉਹਨਾਂ ਦੇ ਵਿੱਚ ਵੀ ਉਸ ਨੂੰ ਜੋ ਹੈ ਉਹ ਸ਼ੇਅਰ ਕਰੋ, ਤਾਂ ਕਿ ਜੋ ਅਸੀਂ ਇਹ ਜਨਮ ਲੈ ਕੇ ਆਏ ਹਾਂ ਤਾਂ ਪਰਮਾਤਮਾ ਦੇ ਵੱਲ ਅਸੀਂ ਚੱਲਣਾ ਹੈ। ਉਸ ਦੇ ਵਿੱਚ ਰੂਹਾਨੀਅਤ ਦੀ ਯਾਤਰਾ ਦੇ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਵੀ ਪਤਾ ਲੱਗੇਗਾ, ਔਰ ਰੂਹਾਨੀਅਤ ਦੀ ਯਾਤਰਾ ਕਰਦਿਆਂ ਹੋਇਆਂ ਸਾਡੇ ਸਰੀਰ ਦੇ ਨਾਲ ਕੀ ਕੁਛ ਅਨੁਭੂਤੀਆਂ ਹੁੰਦੀਆਂ ਹਨ, ਅਨੁਭਵ ਹੁੰਦੇ ਹਨ, ਉਹਨਾਂ ਦਾ ਵੀ ਪਤਾ ਲੱਗੇਗਾ। ਤਾਂ ਉਹਨਾਂ ਨੂੰ ਜਾਣ ਕੇ ਜੋ ਸਾਧਨਾ ਕਰਨ ਵਾਲੇ ਹਨ ਉਹਨਾਂ ਨੂੰ ਇਹ ਤਸੱਲੀ ਹੋ ਜਾਂਦੀ ਹੈ ਕਿ ਮੇਰੀ ਜੋ ਹੈ ਅਧਿਆਤਮਿਕ ਯਾਤਰਾ ਉਹ ਸੁਚਾਰੂ ਰੂਪ ਨਾਲ ਚੱਲ ਰਹੀ ਹੈ। ਧੰਨਵਾਦ। ਦਾਤਾ ਭਲਾ ਕਰੇ। ਰਾਮ ਰਾਮ ਰਾਮ।